ਰਾਜਾ ਵੜਿੰਗ ਨੇ ਲੋਕ ਸਭਾ ਦੇ ਵਿੱਚ ਚੁੱਕਿਆ ਸਿੱਧੂ ਮੂਸੇਵਾਲਾ ਦੇ ਕਤਲ ਦਾ ਮੁੱਦਾ। ਕਿਹਾ ਜੇਲ੍ਹ ਦੇ ਵਿੱਚ ਬੈਠਾ ਗੈਂਗਸਟਰ ਕਰਵਾ ਰਿਹਾ ਕਤਲ, ਫਿਰ ਕਾਦੀ ਨੈਸ਼ਨਲ ਸਿਕਿਉਰਿਟੀ। ਗ੍ਰਹਿ ਮੰਤਰੀ ਮੂਸੇਵਾਲਾ ਦੇ ਪਰਿਵਾਰ ਨੂੰ ਦੇਣ ਇਨਸਾਫ। ਮੀਥੀਅਰ ਨੇ ਲੋਕ ਸਭਾ ਦੇ ਵਿੱਚ ਚੁੱਕਿਆ ਕਿਸਾਨਾਂ ਤੇ ਪੈਂਡਿੰਗ ਫੰਡਾਂ ਦਾ ਮੁੱਦਾ। ਕਿਹਾ ਪੰਜਾਬ ਨੂੰ ਨਹੀਂ ਦਿੱਤਾ ਜਾ ਰਿਹਾ ਉਸ ਦਾ ਹੱਕ, ਅਸੀਂ ਭੀਖ ਨਹੀਂ ਆਪਣੇ ਹੱਕ ਦਾ ਮੰਗ ਰਹੇ ਹਾਂ ਪੈਸਾ। ਬਤੌਰ ਐਲਓਪੀ ਰਾਹੁਲ ਗਾਂਧੀ ਦੇ ਪਹਿਲੇ ਭਾਸ਼ਣ ਦੇ ਉੱਤੇ ਹੀ ਲੋਕ ਸਭਾ ਦੇ ਵਿੱਚ ਜ਼ਬਰਦਸਤ ਹੰਗਾਮਾ। ਹਿੰਸਾ ਨੂੰ ਹਿੰਦੂ ਧਰਮ ਦੇ ਨਾਲ ਜੋੜਨ ਦੇ ਉੱਤੇ ਭੜਕੀ ਬੀਜੇਪੀ। ਚਲਦੀ ਸਪੀਚ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਖੁਦ ਖੜੇ ਹੋ ਕੇ ਜਤਾਇਆ ਵਿਰੋਧ। ਸੰਸਦ ਦੇ ਵਿੱਚ ਹੰਗਾਮੇ ਦੌਰਾਨ ਰਾਹੁਲ ਨੇ ਦਿਖਾਇਆ ਸ਼ਿਵ, ਇਸਲਾਮ, ਗੁਰੂ ਨਾਨਕ ਦੇਵ ਤੇ ਜੀਸਸ ਦੀਆਂ ਤਸਵੀਰਾਂ। ਕਿਹਾ ਸਾਰਿਆਂ ਦਾ ਇੱਕ ਹੀ ਸੰਦੇਸ਼, ਡਰਨਾ ਨਹੀਂ ਹੈ। ਅਕਾਲੀ ਦਲ ਦੇ ਬਾਗੀ ਧੜੇ ਨੇ ਅਕਾਲ ਤਖਤ ਸਾਹਿਬ ਪਹੁੰਚ ਕੇ ਮੰਗੀ ਖਿਮਾ ਯਾਚਨਾ। ਰਾਮ ਰਹੀਮ ਨੂੰ ਜਥੇਦਾਰ ਤੋਂ ਮਾਫੀ ਦਿਵਾਉਣ ਨੂੰ ਮੰਨਿਆ ਗਲਤੀ। ਸੁਮੀਤ ਸੈਣੀ ਨੂੰ ਡੀਜੀਪੀ ਲਗਾਉਣ ਤੇ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਨਾ ਦੇਣ ਦਾ ਵੀ ਜ਼ਿਕਰ। ਨਵੇਂ ਕ੍ਰਿਮੀਨਲ ਲਾਅ ਲਾਗੂ ਹੋਣ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਬਿਆਨ। ਕਿਹਾ ਸਜ਼ਾ ਨਹੀਂ, ਹੁਣ ਮਿਲੇਗਾ ਇਨਸਾਫ। ਮਹਿਲਾ ਅਪਰਾਧਾਂ ਦੇ ਖਿਲਾਫ ਸਖਤ ਸਜ਼ਾਵਾਂ ਦੀ ਤਜਵੀਜ਼। ਤਾਂ ਕਾਂਗਰਸ ਬੋਲੀ ਪੁਲਿਸ ਰਾਜ ਦੇ ਵਿੱਚ ਬਦਲ ਜਾਵੇਗਾ ਦੇਸ਼। ਸਤਿ ਸ੍ਰੀ ਅਕਾਲ, ਨਮਸਕਾਰ, ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਤੇ ਹਾਜ਼ਰ ਹਾਂ ਫਰਕ ਤਾਂ ਪੈਂਦਾ ਹੈ ਲੈ ਕੇ। ਜਦੋਂ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਪੰਜਾਬ ਦੇ ਸਿੱਧੂ ਮੂਸੇਵਾਲੇ ਦਾ ਜ਼ਿਕਰ ਹੋਵੇ, ਮੁੱਦਾ ਗੁੰਜੇ, ਸਵਾਲ ਚੁੱਕੇ ਜਾਣ ਕਿ ਇਨਸਾਫ ਕਦੋਂ ਹੋਏਗਾ, ਸਵਾਲ ਚੁੱਕੇ ਜਾਣ ਕਿ ਲਾਰੈਂਸ ਬਿਸ਼ਨੋਈ ਨੂੰ ਜੇਲ੍ਹ ਦੇ ਵਿੱਚ ਕਿਉਂ ਬਿਠਾਇਆ, ਕਿਉਂ ਸਜ਼ਾ ਵਾਲੇ ਪਾਸੇ ਕੇਸ ਨਹੀਂ ਵਧਦੇ, ਫਿਰ ਫਰਕ ਤਾਂ ਪੈਂਦਾ ਹੈ। ਅੱਜ ਸ਼ੁਰੂਆਤ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਗੱਲ ਹੋਵੇਗੀ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਮਲੇ ਦੀ, ਜਿਸ ਦੀ ਗੂੰਜ ਲੋਕ ਸਭਾ ਦੇ ਵਿੱਚ ਸੁਣਾਈ ਦਿੱਤੀ ਔਰ ਇਹ ਮੁੱਦਾ ਚੁੱਕਿਆ ਕਾਂਗਰਸ ਦੇ ਐਮਪੀ ਰਾਜਾ ਵੜਿੰਗ ਨੇ। ਰਾਜਾ ਵੜਿੰਗ ਨੇ ਲੋਕ ਸਭਾ ਦੇ ਵਿੱਚ ਮੂਸੇਵਾਲਾ ਦਾ ਮੁੱਦਾ ਚੁੱਕਿਆ। ਉਹਨਾਂ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਦਾ ਸ਼ਰੇਆਮ ਕਤਲ ਕਰ ਦਿੱਤਾ ਗਿਆ। ਸ਼ਰੇਆਮ ਕਤਲ ਦੀਆਂ ਜ਼ਿੰਮੇਵਾਰੀਆਂ ਲਈਆਂ ਜਾ ਰਹੀਆਂ ਨੇ। ਲਾਰੈਂਸ ਵਰਗੇ ਲੋਕ ਜੇਲ੍ਹਾਂ ਦੇ ਵਿੱਚ ਪਾਲੇ ਗਏ ਨੇ। ਗ੍ਰਹਿ ਮੰਤਰੀ ਜੀ ਮੂਸੇਵਾਲਾ ਦੇ ਪਰਿਵਾਰ ਨੂੰ ਇਨਸਾਫ ਦਿਓ। ਤਾਂ ਬਹੁਤ ਐਗਰੈਸਿਵਲੀ ਇਹ ਬੋਲਦੇ ਹੋਏ ਨਜ਼ਰ ਆ ਰਹੇ ਸੀ। ਜੇ ਮੈਂ ਜ਼ਿਕਰ ਕਰਾਂ ਰਾਜਾ ਵੜਿੰਗ ਦਾ, ਪੰਜਾਬ ਕਾਂਗਰਸ ਦੇ ਪ੍ਰਧਾਨ ਨੇ, ਲੁਧਿਆਣਾ ਤੋਂ ਚੋਣ ਜਿੱਤ ਕੇ ਲੋਕ ਸਭਾ ਪਹੁੰਚੇ ਨੇ ਰਾਜਾ ਵੜਿੰਗ, ਤੇ ਉਹਨਾਂ ਦੇ ਵੱਲੋਂ ਇਸ ਮੁੱਦੇ ਨੂੰ ਚੁੱਕਿਆ ਗਿਆ ਤੇ ਕਿਹਾ ਗਿਆ ਕਿ ਸਿੱਧੂ ਮੂਸੇਵਾਲਾ ਨੂੰ ਇਨਸਾਫ ਕਦੋਂ ਮਿਲੇਗਾ। ਗ੍ਰਹਿ ਮੰਤਰੀ ਤੋਂ ਇਨਸਾਫ ਦੀ ਮੰਗ ਕਰਦੇ ਨਜ਼ਰ ਆਏ ਰਾਜਾ ਵੜਿੰਗ। ਕਾਬਲੇ ਗੌਰ ਹੈ ਕਿ ਮੂਸੇਵਾਲਾ ਦਾ ਜਦੋਂ ਕਤਲ ਹੋਇਆ ਤਾਂ ਉਸ ਤੋਂ ਬਾਅਦ ਮੂਸੇਵਾਲਾ ਦੇ ਪਰਿਵਾਰ ਦੇ ਨਾਲ ਅਮਿਤ ਸ਼ਾਹ ਹੋਰਾਂ ਨੇ ਵੀ ਚੰਡੀਗੜ੍ਹ ਦੇ ਵਿੱਚ ਮੁਲਾਕਾਤ ਕੀਤੀ ਸੀ। ਭਰੋਸਾ ਦਿੱਤਾ ਗਿਆ ਸੀ ਕਿ ਇਨਸਾਫ ਹੋਏਗਾ। ਪਰਿਵਾਰ ਕਹਿ ਰਿਹਾ ਕਿ ਅਸੀਂ ਅੱਜ ਵੀ ਇਨਸਾਫ ਦਾ ਇੰਤਜ਼ਾਰ ਕਰ ਰਹੇ ਹਾਂ। ਲਾਰੈਂਸ ਬਿਸ਼ਨੋਈ ਵਰਗੇ ਜਿਹੜੇ ਗੈਂਗਸਟਰ ਨੇ ਜੇਲ੍ਹਾਂ ਦੇ ਵਿੱਚ ਬੰਦ ਨੇ। ਗੋਲਡੀ ਬਰਾੜ ਅਜੇ ਵੀ ਫਰਾਰ ਹੈ, ਅੱਜ ਤੱਕ ਪੁਲਿਸ ਦੀ ਗਿਰਫਤ ਦੇ ਵਿੱਚ ਨਹੀਂ ਆਇਆ। ਤੇ ਇਹ ਸਾਰੇ ਮੁੱਦੇ ਲੋਕ ਸਭਾ ਦੇ ਵਿੱਚ ਗੂੰਜਦੇ ਹੋਏ ਨਜ਼ਰ ਆਏ। आप ये कहते हैं कि हम हैं, चिंता मत कीजिए, लेकिन क्या हुआ? नौजवान 28 साल के नौजवान को गोलियों से मार मारकर 10 गोलियां मारकर दिन दिहाड़े मार दिया गया। और मारा किसने? सभापति साहब, बहुत से लोग मारे जाते हैं, मारा किसने? एक तिहाड़ जेल में बैठा एक गैंगस्टर जिसका नाम लॉरेंस बिश्नोई है, उसने मारकर कहा, जेल से इंटरव्यू दिया और कहा मैंने मारा है, मैंने मारा है। अभी तो सिद्धू मूसेवाला मारा है, अभी इसके बाप को भी मरना होगा। जेल से इंटरव्यू दिया। आप नेशनल सिक्योरिटी की बात करते हैं, कब इंसाफ मिलेगा सिद्धू मूसेवाला? ਤਾਂ ਮੁੱਦਾ ਗੂੰਜਦਾ ਨਜ਼ਰ ਆਇਆ, ਪਰ ਸਵਾਲ ਇਹ ਹੈ ਕਿ ਮੂਸੇਵਾਲਾ ਨੂੰ ਇਨਸਾਫ ਕਦੋਂ ਮਿਲੇਗਾ, ਖਾਸ ਤੌਰ ਤੇ ਗੋਲਡੀ ਬਰਾੜ ਕਦੋਂ ਪੁਲਿਸ ਦੀ ਗਿਰਫਤ ਦੇ ਵਿੱਚ ਆਏਗਾ। ਖੈਰ, ਜਦੋਂ ਕਤਲ ਦੀ ਵਾਰਦਾਤ ਤੋਂ 2 ਸਾਲ ਬਾਅਦ ਵੀ ਪੰਜਾਬ ਤੇ ਦੇਸ਼ ਦੀਆਂ ਏਜੰਸੀਆਂ ਉਸ ਗੈਂਗਸਟਰ ਤੱਕ ਪਹੁੰਚਣ ਦੇ ਵਿੱਚ ਕਾਮਯਾਬ ਨਾ ਹੋਈਆਂ ਹੋਣ, ਫਿਰ ਫਰਕ ਤਾਂ ਪੈਂਦਾ ਹੈ। ਅਗਲੀ ਖਬਰ ਦਾ ਰੁਖ ਕਰਦੇ ਹਾਂ। ਲੋਕ ਸਭਾ ਦਾ ਜ਼ਿਕਰ ਕਰਾਂਗੇ ਤੇ ਗੱਲ ਰਾਹੁਲ ਗਾਂਧੀ ਦੀ। ਕਾਂਗਰਸ ਦੇ ਐਮਪੀ, ਲੋਕ ਸਭਾ ਦੇ ਵਿੱਚ ਲੀਡਰ ਆਫ ਆਪੋਜੀਸ਼ਨ ਰਾਹੁਲ ਗਾਂਧੀ ਨੇ ਲੋਕ ਸਭਾ ਦੇ ਵਿੱਚ ਐਲਓਪੀ ਦੇ ਤੌਰ ਦੇ ਉੱਤੇ ਆਪਣਾ ਪਹਿਲਾ ਭਾਸ਼ਣ ਦਿੱਤਾ। ਰਾਹੁਲ ਗਾਂਧੀ ਨੇ ਭਗਵਾਨ ਸ਼ਿਵ ਅਤੇ ਗੁਰੂ ਨਾਨਕ ਦੇਵ ਜੀ ਦੀ ਫੋਟੋ ਦਿਖਾਉਂਦੇ ਹੋਏ ਆਪਣੇ ਭਾਸ਼ਣ ਦੀ ਸ਼ੁਰੂਆਤ ਕੀਤੀ ਅਤੇ ਬੀਜੇਪੀ ਨੂੰ ਹਿੰਸਾ ਕਰਨ ਵਾਲੀ ਪਾਰਟੀ ਦੱਸ ਦਿੱਤਾ। शिव जी कहते हैं डरो मत, डराओ मत, अभय मुद्रा दिखाते हैं, अहिंसा की बात करते हैं, त्रिशूल को जमीन में गाड़ देते हैं, और जो लोग अपने आप को हिंदू कहते हैं वो 24 घंटा हिंसा हिंसा हिंसा, नफरत नफरत नफरत।
ਰਾਹੁਲ ਦੇ ਬਿਆਨ ਤੋਂ ਬਾਅਦ ਸੱਤਾ ਧਿਰ ਦੇ ਮੈਂਬਰਾਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਪ੍ਰਧਾਨ ਮੰਤਰੀ ਮੋਦੀ ਆਪਣੀ ਚੇਅਰ ਤੋਂ ਉੱਠ ਕੇ ਖੜੇ ਹੋਏ ਅਤੇ ਇਸ ਨੂੰ ਗੰਭੀਰ ਗੱਲ ਕਹੀ। विषय बहुत गंभीर है। पूरे हिंदू समाज को हिंसक कहना ये गंभीर विषय है। ਇਸ ਤੋਂ ਬਾਅਦ ਵੀ ਸਦਨ ਦੇ ਵਿੱਚ ਹੰਗਾਮਾ ਜਾਰੀ ਰਿਹਾ ਅਤੇ ਰਾਹੁਲ ਨੇ ਰੌਲੇ ਦੇ ਵਿਚਾਲੇ ਤੇਜ਼ ਆਵਾਜ਼ ਦੇ ਵਿੱਚ ਕਿਹਾ ਕਿ ਨਰਿੰਦਰ ਮੋਦੀ ਪੂਰਾ ਹਿੰਦੂ ਸਮਾਜ ਨਹੀਂ ਹੈ, ਬੀਜੇਪੀ ਪੂਰਾ ਹਿੰਦੂ ਸਮਾਜ ਨਹੀਂ ਹੈ। नहीं 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 नहीं, नरेंद्र मोदी जी पूरा हिंदू समाज नहीं है, बीजेपी पूरा हिंदू समाज नहीं है, आरएसएस पूरा हिंदू समाज नहीं है। ਰਾਹੁਲ ਗਾਂਧੀ ਦਾ ਐਗਰੈਸਿਵ ਤੇ ਨਵਾਂ ਅੰਦਾਜ਼ ਜ਼ਰੂਰ ਪਾਰਲੀਮੈਂਟ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਖੈਰ ਜਦੋਂ ਪਾਰਲੀਮੈਂਟ ਦੇ ਅੰਦਰ ਮੁੱਦਾ ਧਾਰਮਿਕ ਹੋ ਜਾਵੇ ਜਾਂ ਧਰਮ ਦੇ ਨਾਮ ਦੇ ਉੱਤੇ ਤਕਰਾਰ ਹੋਵੇ ਫਿਰ ਫਰਕ ਤਾਂ ਪੈਂਦਾ ਹੈ। ਅੱਗੇ ਵਧਦੇ ਹਾਂ ਆਪਣੇ ਭਾਸ਼ਣ ਦੇ ਵਿੱਚ ਰਾਹੁਲ ਗਾਂਧੀ ਨੇ ਅਗਨੀਵੀਰ ਸਕੀਮ ਦਾ ਮੁੱਦਾ ਵੀ ਚੁੱਕਿਆ। ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ਅਗਨੀਵੀਰ ਨੂੰ ਹੁਣ ਸ਼ਹੀਦ ਨਹੀਂ ਮੰਨਿਆ ਜਾ ਰਿਹਾ। ਇਹ ਸਰਕਾਰ ਉਸ ਨੂੰ ਸ਼ਹੀਦ ਨਹੀਂ ਮੰਨਦੀ। ਇਹ ਸਕੀਮ ਫੌਜ ਦੇ ਹਿੱਤ ਦੇ ਵਿੱਚ ਨਹੀਂ। मैं उसे शहीद कह रहा हूं, मगर हिंदुस्तान की सरकार उसे शहीद नहीं कहती। नरेंद्र मोदी उसे शहीद नहीं कहते हैं, नरेंद्र मोदी उसे अग्निवीर कहते हैं। उस घर को पेंशन नहीं मिलेगी। ਰਾਹੁਲ ਅਜੇ ਅਗਨੀਵੀਰ ਨੂੰ ਲੈ ਕੇ ਆਪਣੀ ਗੱਲ ਰੱਖ ਰਹੇ ਸਨ ਤਾਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵਿਚਾਲੇ ਟੋਕਿਆ ਤੇ ਕਿਹਾ ਕਿ ਉਹ ਸਦਨ ਨੂੰ ਗੁੰਮਰਾਹ ਕਰ ਰਹੇ ਨੇ, ਜਦਕਿ ਅਜਿਹਾ ਕੁਝ ਨਹੀਂ। बिना अग्निवीर योजना के बारे में समझे, बिना उस संबंध में कोई पूरी जानकारी हासिल किए इस तरीके से सदन को गुमराह करना इसे कदापि उचित नहीं ठहराया जा सकता। महोदय, ਕਾਂਗਰਸ ਪਹਿਲੇ ਦਿਨ ਤੋਂ ਅਗਨੀਵੀਰ ਸਕੀਮ ਨੂੰ ਮੁੱਦਾ ਬਣਾ ਕੇ ਬੈਠੀ ਹੈ। ਪੁਰੀਆਂ ਚੋਣਾਂ ਦੇ ਵਿੱਚ ਕਾਂਗਰਸ ਨੇ ਇਸ ਨੂੰ ਲੈ ਕੇ ਬੀਜੇਪੀ ਨੂੰ ਖੂਬ ਘੇਰਿਆ ਸੀ ਔਰ ਇਸ ਨੂੰ ਸਿਆਸੀ ਮੁੱਦਾ ਵੀ ਬਣਾਇਆ ਗਿਆ। ਇਨਫੈਕਟ ਇਹ ਵੀ ਕਿਹਾ ਗਿਆ ਕਿ ਜੇਕਰ ਇੰਡੀਆ ਬਲਾਕ ਦੀ ਸਰਕਾਰ ਬਣਦੀ ਹੈ ਤਾਂ ਫਿਰ ਅਗਨੀਵੀਰ ਸਕੀਮ ਨੂੰ ਖਤਮ ਕਰ ਦਿੱਤਾ ਜਾਏਗਾ। ਖੈਰ ਇਹ ਮੁੱਦਾ ਇੱਕ ਵਾਰ ਫਿਰ ਤੋਂ ਲੋਕ ਸਭਾ 'ਚ ਗੂੰਜਦਾ ਨਜ਼ਰ ਆਇਆ। ਉਧਰ ਆਪਣੇ ਭਾਸ਼ਣ ਦੇ ਵਿੱਚ ਰਾਹੁਲ ਗਾਂਧੀ ਨੇ ਕਿਸਾਨਾਂ ਦਾ ਮੁੱਦਾ ਵੀ ਚੁੱਕਿਆ। ਰਾਹੁਲ ਨੇ ਕਿਹਾ ਕਿ ਕਿਸਾਨਾਂ ਨੇ ਸਿਰਫ ਇੰਨਾ ਮੰਗਿਆ ਕਿ ਅਰਬਪਤੀਆਂ ਦਾ ਕਰਜ਼ਾ ਮਾਫ ਹੋ ਸਕਦਾ ਹੈ ਤਾਂ ਉਹਨਾਂ ਦਾ ਕਿਉਂ ਨਹੀਂ। स्पीकर साहब, किसानों ने मांगा क्या? स्पीकर ने किसानों ने सिर्फ ये कहा कि अगर 16 लाख करोड़ रुपए अरबपतियों का कर्जा माफ हो सकता है तो हमारा भी थोड़ा सा कर दीजिए। ਰਾਹੁਲ ਨੇ ਜਦੋਂ ਕਿਸਾਨਾਂ ਦੇ ਮੁੱਦੇ ਉੱਤੇ MSP ਨਾ ਦੇਣ ਦੀ ਗੱਲ ਕਹੀ ਤਾਂ ਖੇਤੀਬਾੜੀ ਮੰਤਰੀ शिवराज सिंह चौहान ने ਉਹਨਾਂ ਨੂੰ ਜਵਾਬ ਦਿੱਤਾ। लागत पर कम से कम 50% जोड़कर MSP दी जा रही है और नहीं दी जा रही है। सत्यापित करें माननीय अध्यक्ष महोदय, ये गलत बयानी कर रहे हैं। ਰਾਹੁਲ ਦੇ ਲੋਕ ਸਭਾ ਦੇ ਵਿੱਚ ਕਿਸਾਨਾਂ ਦੇ ਮੁੱਦੇ ਨੂੰ ਚੁੱਕਣ ਦੇ ਉੱਤੇ ਅਕਾਲੀ MP ਹਰਸਿਮਰਤ ਕੌਰ ਬਾਦਲ ਨੇ ਵੀ ਉਹਨਾਂ ਦਾ ਸਮਰਥਨ ਕੀਤਾ। ਹਾਲਾਂਕਿ ਆਖਿਰ ਦੇ ਵਿੱਚ ਉਹਨਾਂ ਨੇ ਕਿਹਾ ਕਿ ਕਾਂਗਰਸ ਦੇ ਨਾਲ ਅਕਾਲੀ ਦਲ ਕਦੇ ਸਹਿਮਤ ਨਹੀਂ ਹੋ ਸਕਦਾ। किसानों के मुद्दे में तो मैं उनके साथ सहमत थी, हालांकि उनके और किसी बात से आप सहमत नहीं है क्या उनकी अन्य बातें? क्योंकि उन्होंने वो अग्निवीर उनके- की बात उठाई, कई सारी बातें उन्होंने उठाई है। हाँ तो ठीक है, वो अपनी सोच रखते हैं। हम कांग्रेस के साथ अकाली दल कभी सहमत हो ही नहीं सकती, मोटी बात ये है। ਦਰਅਸਲ ਰਾਹੁਲ ਗਾਂਧੀ ਜਦੋਂ ਸਦਨ ਦੇ ਵਿੱਚ ਕਿਸਾਨਾਂ ਦੀ ਗੱਲ ਕਰ ਰਹੇ ਸਨ ਉਸ ਸਮੇਂ ਉਹਨਾਂ ਨੇ ਕਿਹਾ ਸੀ ਕਿ ਮੇਰੀ ਇਸ ਗੱਲ ਦੇ ਨਾਲ ਹਰਸਿਮਰਤ ਕੌਰ ਬਾਦਲ ਵੀ ਸਹਿਮਤ ਹੋਣਗੇ। देखिए, आपकी आला सिर हिला रही है, वो भी सहमत हैं, गौर जी सहमत है। देखिए, हमारी जरूरत नहीं है, वो सहमत है आपसे, वो सहमत है। माननीय ਤਾਂ ਰਾਹੁਲ ਗਾਂਧੀ ਵੱਖਰੇ ਅੰਦਾਜ਼ ਦੇ ਵਿੱਚ ਨਜ਼ਰ ਆ ਰਹੇ ਨੇ। ਇਨਫੈਕਟ ਤੁਸੀਂ ਇੰਡੀਆ ਬਲਾਕ ਦੀਆਂ ਜਿਹੜੀਆਂ ਸਿਆਸੀ ਪਾਰਟੀਆਂ ਨੇ ਹਿੱਸਾ ਨੇ ਉਹ ਵੀ ਵੱਖਰੇ ਅੰਦਾਜ਼ ਦੇ ਵਿੱਚ ਨਜ਼ਰ ਆਉਂਦੀਆਂ ਨੇ ਕਿਉਂਕਿ ਨੰਬਰ ਇਸ ਵਾਰ 234 ਤੱਕ ਪੂਰੇ ਬਲਾਕ ਦੇ ਕੋਲ ਇੰਡੀਆ ਗਠਜੋੜ ਦੇ ਕੋਲ ਪਹੁੰਚ ਗਿਆ। ਲੋਕ ਸਭਾ ਦੇ ਅੰਦਰ ਜਿਹੜੀਆਂ ਸੀਟਾਂ ਉਹਨਾਂ ਨੇ ਜਿੱਤੀਆਂ। ਖੈਰ ਜਦੋਂ ਪਾਰਟੀ ਦਾ ਟਾਪ ਦਾ ਲੀਡਰ ਇੱਕ ਵੱਖਰੇ ਅੰਦਾਜ਼ 'ਚ ਤੇ ਅਗਰੈਸਿਵ ਅੰਦਾਜ਼ ਦੇ ਵਿੱਚ ਨਜ਼ਰ ਆਵੇ ਫਿਰ ਪਾਰਟੀ ਦੇ ਬਾਕੀ ਲੀਡਰ ਤੇ ਵਰਕਰਾਂ ਨੂੰ ਫਰਕ ਤਾਂ ਪੈਂਦਾ। ਹੁਣ ਅੱਗੇ ਵਧਦੇ ਹਾਂ। ਕਿਸਾਨੀ ਦਾ ਮੁੱਦਾ ਮੀਤ ਹੇਰ ਨੇ ਵੀ ਚੁੱਕਿਆ। ਸੰਗਰੂਰ ਤੋਂ ਲੋਕ ਸਭਾ ਮੈਂਬਰ ਬਣ ਕੇ ਗਏ ਨੇ ਮੀਤ ਹੇਰ ਤੇ ਉਹਨਾਂ ਨੇ ਲੋਕ ਸਭਾ 'ਚ ਪੰਜਾਬ ਦੇ ਫੰਡਾਂ ਦੇ ਮੁੱਦੇ ਨੂੰ ਵੀ ਰੱਖਿਆ ਤੇ ਮੀਤ ਹੇਰ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਪੰਜਾਬ ਦੇ ਹੱਕ ਮਾਰੇ ਨੇ, ਅਸੀਂ ਆਪਣਾ ਹੱਕ ਮੰਗ ਰਹੇ ਹਾਂ, ਭੀਖ ਨਹੀਂ। ਮੀਤ ਹੇਰ ਨੇ ਕਿਸਾਨਾਂ ਦਾ ਮੁੱਦਾ ਵੀ ਚੁੱਕਿਆ ਤੇ ਕਿਹਾ ਕਿ ਕਿਸਾਨਾਂ ਨੇ ਦੇਸ਼ ਦਾ ਢਿੱਡ ਭਰਿਆ, ਬਦਲੇ ਦੇ ਵਿੱਚ ਕੀ ਮਿਲਿਆ। ਮੀਤ ਹੇਰ ਸੰਗਰੂਰ ਤੋਂ ਚੋਣ ਜਿੱਤ ਕੇ ਲੋਕ ਸਭਾ ਪਹੁੰਚੇ ਨੇ ਔਰ ਪਾਰਲੀਮੈਂਟ ਦੇ ਵਿੱਚੋਂ ਬੋਲਦੇ ਹੋਏ ਨਜ਼ਰ ਆਏ। सभापति की सरकार नूं बेनती करदा, असी कोई भीख नहीं मंगते, असी आपदा हक है जिहड़ा ਉਹ ਮੰਗਦੇ ਆ। ਦੂਜੇ ਸੂਬਿਆਂ ਨੂੰ ਤੁਸੀਂ ਟੈਕਸ ਹੈਵਨ ਬਣਾ ਦਿੰਦੇ ਹੋ, ਪ੍ਰਧਾਨ ਮੰਤਰੀ ਸਪੈਸ਼ਲ ਪੈਕੇਜ ਦੇ ਦਿੰਦੇ ਆ,
ਤੇ ਸਾਡਾ ਜਿਹੜਾ ਬਣਦਾ ਹੱਕ ਉਹ ਵੀ ਰੋਕਿਆ ਜਾਂਦਾ। 6000 ਕਰੋੜ ਰੁਪਏ ਸਾਡਾ RDF ਦਾ ਰੋਕਿਆ ਹੋਇਆ, 1000 ਕਰੋੜ ਰੁਪਏ ਸਾਡਾ NHM ਦਾ ਰੋਕਿਆ, 557 ਕਰੋੜ ਰੁਪਏ ਸਾਡੇ SSA ਦੇ ਰੋਕ ਲਏ। ਸਾਡੇ ਜਿਹੜੇ ਹੱਕ ਨੇ ਤਾਂ ਪੰਜਾਬ ਦੇ ਫੰਡਾਂ ਦਾ ਮੁੱਦਾ ਗੂੰਜਦਾ ਹੋਇਆ ਨਜ਼ਰ ਆਇਆ। ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਆਮ ਆਦਮੀ ਪਾਰਟੀ ਦੀ ਟਿਕਟ ਦੇ ਉੱਤੇ ਮੀਥੇਰ ਚੋਣ ਜਿੱਤ ਕੇ ਲੋਕ ਸਭਾ ਪਹੁੰਚੇ ਨੇ। ਅੱਗੇ ਵਧਦੇ ਹਾਂ। ਦੇਸ਼ ਦੇ ਵਿੱਚ ਅੰਗਰੇਜ਼ਾਂ ਦੇ ਜ਼ਮਾਨੇ ਤੋਂ ਚੱਲੇ ਆ ਰਹੇ ਕਾਨੂੰਨਾਂ ਦੀ ਥਾਂ 3 ਨਵੇਂ ਕ੍ਰਿਮੀਨਲ ਲਾਅ ਲਾਗੂ ਕਰ ਦਿੱਤੇ ਗਏ। BNS यानी भारतीय न्याय संहिता, भारतीय नागरिक सुरक्षा संहिता ते भारतीय साक्ष्य एक्ट लागू हो चुके ने। इन्हां नूं IPC 1860, CRPC 1973 ਅਤੇ एविडेंस एक्ट 1872 ਦੀ ਥਾਂ ਲਿਆਂਦਾ ਗਿਆ ਹੈ। ਕਾਨੂੰਨ ਦੇ ਲਾਗੂ ਹੋਣ ਤੋਂ ਬਾਅਦ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੀਡੀਆ ਨੂੰ ਇਸ ਦੇ ਬਾਰੇ ਜਾਣਕਾਰੀ ਦਿੱਤੀ। मैं दावे से कह सकता हूं, हर सुझाव को समाहित कर 93 बदलाव कर बिल को फिर से कैबिनेट ने पारित किया। ਨਵੇਂ ਕਾਨੂੰਨ ਲਾਗੂ ਹੋਣ ਤੋਂ ਬਾਅਦ ਹੁਣ ਕਤਲ ਦੀ ਸਜ਼ਾ ਜੋ ਪਹਿਲਾਂ IPC ਦੀ ਧਾਰਾ 302 ਦੇ ਵਿੱਚ ਹੁੰਦੀ ਸੀ, ਹੁਣ BNS ਯਾਨੀ ਭਾਰਤੀ ਨਿਆਇ ਸੰਹਿਤਾ 103 ਦੇ ਵਿੱਚ ਹੋਵੇਗੀ। ਗੈਰ ਇਰਾਦਾਈ ਕਤਲ ਦੇ ਲਈ ਪਹਿਲਾਂ IPC ਦੀ ਧਾਰਾ 304 ਲੱਗਦੀ ਸੀ, ਹੁਣ 105 ਲੱਗੇਗੀ। ਲਾਪਰਵਾਹੀ ਦੇ ਨਾਲ ਮੌਤ ਦੇ ਕਾਰਨ ਪਹਿਲਾਂ IPC ਦੀ ਧਾਰਾ 304A ਲੱਗਦੀ ਸੀ, ਹੁਣ BNS 106 ਲੱਗੇਗੀ। ਕਤਲ ਦੀ ਕੋਸ਼ਿਸ਼ ਦੇ ਵਿੱਚ ਪਹਿਲਾਂ 307 ਲੱਗਦੀ ਸੀ, ਹੁਣ BNS 109 ਲੱਗੇਗੀ। ਜਾਣਬੁੱਝ ਕੇ ਸੱਟ ਮਾਰਨ ਦੇ ਮਾਮਲੇ 'ਚ ਪਹਿਲਾਂ IPC 323 ਲੱਗਦੀ ਸੀ ਅਤੇ ਹੁਣ BNS 115(2) ਲੱਗੇਗੀ। ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਲਈ ਪਹਿਲਾਂ IPC ਦੀ ਧਾਰਾ 295A ਲੱਗਦੀ ਸੀ, ਹੁਣ BNS 299 ਲੱਗੇਗੀ। ਬਲਾਤਕਾਰ ਦਾ ਮਾਮਲਾ ਪਹਿਲਾਂ IPC ਦੀ ਧਾਰਾ 376 ਤੇ ਹੁਣ BNS ਦੀ ਧਾਰਾ 64 ਦੇ ਤਹਿਤ ਦਰਜ ਹੋਵੇਗਾ। ਅਪਰਾਧਿਕ ਸਾਜ਼ਿਸ਼ ਦਾ ਮਾਮਲਾ ਪਹਿਲਾਂ IPC 120B ਦੇ ਤਹਿਤ ਦਰਜ ਹੁੰਦਾ ਸੀ, ਹੁਣ BNS 61(2) ਦੇ ਤਹਿਤ ਹੋਵੇਗਾ। ਧੋਖਾਧੜੀ ਪਹਿਲਾਂ IPC ਦੀ ਧਾਰਾ 420 ਦੇ ਤਹਿਤ ਦਰਜ ਹੁੰਦਾ ਸੀ ਅਤੇ ਹੁਣ BNS 318(4) ਲੱਗੇਗਾ। ਮਾਣਹਾਨੀ ਦੇ ਕੇਸ ਦੇ ਵਿੱਚ ਪਹਿਲਾਂ IPC ਦੀ ਧਾਰਾ 499 ਲੱਗਦੀ ਸੀ, ਹੁਣ 356(1) 356(2) ਲੱਗੇਗੀ। ਤਾਂ ਦੇਸ਼ ਦੇ ਵਿੱਚ ਕਾਨੂੰਨ ਬਦਲਿਆ ਤੇ ਨਵੇਂ ਕਾਨੂੰਨਾਂ ਦੇ ਲਾਗੂ ਹੋਣ ਤੋਂ ਬਾਅਦ ਵਿਰੋਧੀ ਧਿਰਾਂ ਸਰਕਾਰ ਦੇ ਉੱਤੇ ਹਮਲਾਵਰ। ਕਾਂਗਰਸ ਦਾ ਮੰਨਣਾ ਹੈ ਕਿ ਜਲਦਬਾਜ਼ੀ ਦੇ ਵਿੱਚ ਕਾਨੂੰਨ ਪਾਸ ਕੀਤੇ ਗਏ, ਜਦੋਂ ਕਿ ਇਹਨਾਂ ਤਿੰਨਾਂ ਕਾਨੂੰਨਾਂ ਦੇ ਉੱਤੇ ਨਵੇਂ ਸਿਰੇ ਤੋਂ ਬਹਿਸ ਹੋਣੀ ਚਾਹੀਦੀ ਹੈ ਤਾਂ ਕਿ ਪੂਰੀ ਤਿਆਰੀ ਦੇ ਨਾਲ ਇਹਨਾਂ ਨੂੰ ਲਾਗੂ ਕੀਤਾ ਜਾਵੇ। आने वाले दिनों में एक बहुत बड़ी समस्या और संकट भारत की जो न्यायपालिका है और भारत की जो फौजदारी के कानून की प्रणाली है उसके लिए खड़े होने वाली है। ਉੱਥੇ ਅਕਾਲੀ ਦਲ ਦੀ MP ਹਰਸਿਮਰਤ ਕੌਰ ਬਾਦਲ ਦਾ ਵੀ ਮੰਨਣਾ ਹੈ ਕਿ ਉਹਨਾਂ ਨੇ ਤਾਂ ਪਹਿਲਾਂ ਵੀ ਨਵੇਂ ਕਾਨੂੰਨਾਂ ਦਾ ਵਿਰੋਧ ਕੀਤਾ ਸੀ ਅਤੇ ਹੁਣ ਵੀ ਇਸ ਦੇ ਉੱਤੇ ਉਹ ਚਰਚਾ ਚਾਹੁੰਦੇ ਨੇ। मैं समझती हूँ कि ये बिल्कुल गलत है और इस पे पूरी चर्चा डिबेट होने की ज़रूरत है। 70 साल से जो एक कानून जो चल रहा था, अब कई केसेस चल रहे हैं, उनका क्या हाल होगा जो ऑन गोइंग है, कई चीज़ें हैं। वकीलों ने भी बहुत सारे सवाल उठाए हैं। ਉਧਰ ਆਮ ਆਦਮੀ ਪਾਰਟੀ ਦਾ ਮੰਨਣਾ ਕਿ ਕਾਨੂੰਨ 'ਚ ਕਮੀ ਨਹੀਂ, ਕਮੀ ਹੈ ਤਾਂ ਜਾਂਚ ਏਜੰਸੀਆਂ ਦੇ ਵਿੱਚ ਜੋ ਕੰਮ ਨਹੀਂ ਕਰਦੀਆਂ। कानूनों में कोई कमी नहीं थी, कमी है इम्प्लीमेंटेशन में, कमी है इन्वेस्टिगेटिंग एजेंसी में, कमी है कि उन कानूनों के ऊपर पुलिस जो है कार्रवाई नहीं करती है। ਕਾਬਲੇ ਗੌਰ ਹੈ ਕਿ ਲਾਗੂ ਹੋਏ ਤਿੰਨੇ ਕਾਨੂੰਨਾਂ ਨੂੰ ਪਿਛਲੇ ਸਾਲ 12 ਦਸੰਬਰ ਨੂੰ ਬਦਲਾਅ ਤੋਂ ਬਾਅਦ ਲੋਕ ਸਭਾ 'ਚ ਪਾਸ ਕੀਤਾ ਗਿਆ ਸੀ। 20 ਦਸੰਬਰ ਨੂੰ ਲੋਕ ਸਭਾ ਤੇ 21 ਦਸੰਬਰ ਨੂੰ ਰਾਜ ਸਭਾ 'ਚ ਇਹ ਕਾਨੂੰਨ ਪਾਸ ਹੋਏ। 25 ਦਸੰਬਰ ਨੂੰ ਰਾਸ਼ਟਰਪਤੀ ਨੇ ਤਿੰਨੇ ਵਿਧੇਇਕਾਂ ਨੂੰ ਆਪਣੀ ਮਨਜ਼ੂਰੀ ਦਿੱਤੀ। 24 ਫਰਵਰੀ 2024 ਨੂੰ ਕੇਂਦਰ ਸਰਕਾਰ ਨੇ ਐਲਾਨ ਕੀਤਾ ਸੀ ਕਿ 3 ਨਵੇਂ ਅਪਰਾਧਿਕ ਕਾਨੂੰਨ ਇਸ ਸਾਲ 1 ਜੁਲਾਈ ਤੋਂ ਲਾਗੂ ਹੋ ਜਾਣਗੇ। ਤਾਂ ਨਵੇਂ ਕਾਨੂੰਨ 1 ਜੁਲਾਈ ਤੋਂ ਲਾਗੂ ਹੋ ਚੁੱਕੇ ਨੇ। ਜਿਹੜੀਆਂ ਹੁਣ FIRs ਦਰਜ ਹੋ ਰਹੀਆਂ ਨੇ ਉਹ ਨਵੇਂ ਕਾਨੂੰਨ ਦੇ ਤਹਿਤ ਹੀ ਹੋ ਰਹੀਆਂ ਨੇ। ਸੰਗਰੂਰ ਦੇ ਧੂਰੀ ਥਾਣੇ ਦੇ ਵਿੱਚ ਨਵੇਂ ਅਪਰਾਧਿਕ ਕਾਨੂੰਨ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਦੇ ਤਹਿਤ ਪਹਿਲਾ ਮਾਮਲਾ ਦਰਜ ਕੀਤਾ ਗਿਆ। ਇਹ ਮਾਮਲਾ ਚੋਰੀ ਦੀ ਨਵੀਂ ਧਾਰਾ 303 ਦਾ ਹੈ। ਇਸ ਦੀ ਜਾਂਚ ਨਵੇਂ ਕਾਨੂੰਨ ਦੇ ਤਹਿਤ ਹੀ ਹੋਵੇਗੀ। ਅੱਜ ਪਹਿਲੀ FIR ਇਹਨਾਂ ਕਾਨੂੰਨਾਂ ਦੇ ਤਹਿਤ ਜਿਹੜੀ ਕੀਤੀ ਗਈ ਹੈ, ਸਦਰ ਧੂਰੀ ਥਾਣੇ ਦੇ ਵਿੱਚ 102 ਨੰਬਰ FIR ਦਰਜ ਕੀਤੀ, ਜਿਹੜੀ 303 BNSS 2023 ਸੈਕਸ਼ਨ ਦੇ ਤਹਿਤ ਚੋਰੀ ਦੀ FIR ਦਰਜ ਕੀਤੀ। IG ਨੇ ਦਾਅਵਾ ਕੀਤਾ ਕਿ ਨਵੇਂ ਕਾਨੂੰਨਾਂ ਨੂੰ ਚੰਗੀ ਤਰੀਕੇ ਨਾਲ ਲਾਗੂ ਕਰਨ ਦੇ ਲਈ ਪੰਜਾਬ ਪੁਲਿਸ ਨੇ ਪੂਰੀ ਤਿਆਰੀ ਕੀਤੀ ਹੈ। ਹੁਣ ਤੱਕ 20,000 ਪੁਲਿਸ ਮੁਲਾਜ਼ਮਾਂ ਤੇ ਅਧਿਕਾਰੀਆਂ ਨੂੰ ਨਵੇਂ ਕਾਨੂੰਨਾਂ ਦੇ ਮੁਤਾਬਿਕ ਟ੍ਰੇਨਿੰਗ ਦੇਣ ਦਾ ਕੰਮ ਪੂਰਾ ਹੋ ਚੁੱਕਾ ਹੈ। ਪੰਜਾਬ ਪੁਲਿਸ ਬਾਕੀ ਬਚੇ ਮੁਲਾਜ਼ਮਾਂ ਨੂੰ ਨਵੇਂ ਕਾਨੂੰਨਾਂ ਦੀ ਟ੍ਰੇਨਿੰਗ ਦੇ ਰਹੀ ਹੈ। ਪੰਜਾਬ ਪੁਲਿਸ ਨੇ ਹੁਣ ਤੱਕ 20,000 ਤੋਂ ਉੱਪਰ ਪੁਲਿਸ ਅਫੀਸਰਸ ਨੂੰ ਟ੍ਰੇਨ ਕੀਤਾ ਹੈ, ਜਿਹੜੇ ਨਵੇਂ ਕਾਨੂੰਨ ਲਾਗੂ ਕਰਨ ਦੇ ਵਿੱਚ ਬਹੁਤ ਸਹਾਇਬੰਦ ਹੋਣਗੇ।
ਤਿੰਨ ਨਵੇਂ ਕਾਨੂੰਨਾਂ ਦੇ ਵਿੱਚ ਕਈ ਤਜਵੀਜ਼ਾਂ ਨੇ। ਇਹਨਾਂ ਦੇ ਵਿੱਚ ਜਿਵੇਂ ਕਿ FIR, ਘਟਨਾ ਵਾਲੀ ਥਾਂ ਤੋਂ ਵੀਡੀਓ ਆਡੀਓ ਰਿਕਾਰਡਿੰਗ ਦੀ ਸਹੂਲਤ ਅਤੇ ਸਮਨ ਭੇਜਣ ਵਰਗੀਆਂ ਸਹੂਲਤਾਂ, ਜਿਸ ਦੇ ਨਾਲ ਆਮ ਲੋਕਾਂ ਨੂੰ ਫਾਇਦਾ ਹੋਣ ਦੀ ਉਮੀਦ ਹੈ।